ਪੰਜਾਬ ਦੀ ਹਰੀ ਕ੍ਰਾਂਤੀ, ਜਿਹਨੂੰ ਅਸੀਂ ਗ੍ਰੀਨ ਰੈਵੋਲੂਸ਼ਨ ਵੀ ਕਹਿੰਦੇ ਹਾਂ, ਵਾਸਤਵ ਦੇ ਵਿੱਚ ਇਸ ਨੇ ਪੰਜਾਬ ਦੇ ਵਿੱਚ ਉਤਪਾਦਨ ਦਾ ਵਾਧਾ ਕੀਤਾ। ਆਰੰਭ ਦੇ ਵਿੱਚ ਇਹਨੇ ਸਾਡੀ ਕਿਸਾਨੀ ਦੇ ਆਰਥਿਕਤਾ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਵੀ ਇਸ ਨੇ ਵਧਾਇਆ ਜਿਹੜਾ ਹੈ, ਪਰ ਲੰਮੇ ਸਮੇਂ ਦੇ ਵਿੱਚ ਜਾ ਕੇ ਇਸ ਦਾ ਨੁਕਸਾਨ ਬਹੁਤ ਹੋਇਆ, ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਉਤਪਾਦਨ ਦੀ ਹੋੜ ਦੇ ਵਿੱਚ ਅਸੀਂ ਕੈਮੀਕਲ ਖਾਦਾਂ, ਪੈਸਟੀਸਾਈਡਸ ਜਿਹੜੇ ਨੇ ਉਹਨਾਂ ਦੀ ਅਸੀਂ ਵਰਤੋਂ ਕਰਨੀ ਸ਼ੁਰੂ ਕਰਤੀ, ਬਲਕਿ ਵਰਤੋਂ ਨਹੀਂ ਕੀਤੀ, ਕਈ ਥਾਂ ਦੇ ਉੱਤੇ ਦੁਰਵਰਤੋਂ ਵੀ ਇਹਨਾਂ ਦੀ ਹੋਈ। ਤਾਂ ਇਸ ਦੇ ਨਾਲ ਪੰਜਾਬ ਦਾ ਜਿਹੜਾ ਟੋਟਲ ਖਾਸ ਕਰਕੇ ਪ੍ਰਕਿਰਤਿਕ ਸਾਡਾ ਪਰਿਆਵਰਨਿਕ ਜਿਹੜੀ ਸਥਿਤੀ ਸੀ ਉਹ ਬਿਲਕੁਲ ਅਸੰਤੁਲਿਤ ਹੋਈ। ਇੱਥੋਂ ਦੀ ਮਿੱਟੀ, ਇੱਥੋਂ ਦਾ ਪਾਣੀ, ਇੱਥੋਂ ਦੀ ਹਵਾ ਬਹੁਤ ਹੀ ਜ਼ਿਆਦਾ ਜ਼ਹਿਰੀਲੀ ਹੋ ਗਈ। ਖਾਸ ਕਰਕੇ ਮਾਲਵਾ ਬੈਲਟ ਆ ਸਾਡੇ ਕੋਲ, ਇਹਦੀ ਇੱਕ ਐਗਜ਼ਾਮਪਲ ਹੈ। ਕਾਟਨ ਬੈਲਟ ਸੀ, ਇਹਦੇ ਵਿੱਚ ਜ਼ਿਆਦਾ ਪੈਸਟੀਸਾਈਡਸ ਵਗੈਰਾ ਪਈਆਂ, ਤਾਂ ਉਹਦਾ ਇਹ ਪ੍ਰਭਾਵ ਪਿਆ ਕਿ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਿਹਤ ਦੇ ਪੱਖ ਤੋਂ ਨਕਾਰਾ ਹੋਣੇ ਸ਼ੁਰੂ ਹੋਏ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਗਏ। ਇਸ ਕਰਕੇ ਇਹ ਜਿਹੜਾ ਸੀ ਸਾਰੇ ਦਾ ਸਾਰਾ, ਜਦੋਂ ਅਸੀਂ ਇਹਨੂੰ ਇਹ ਕਹਿੰਦੇ ਹਾਂ ਕਿ ਵੀ ਇੱਕ ਗ੍ਰੀਨ ਰੈਵੋਲੂਸ਼ਨ ਸੀ। ਕ੍ਰਾਂਤੀ ਕੀ ਹੈ? ਕ੍ਰਾਂਤੀ ਦਾ ਮਤਲਬ ਹੈ ਕਿ ਵੀ ਉਹ ਕੀ ਮਨੁੱਖ, ਪ੍ਰਕਿਰਤੀ, ਸਮਾਜ ਉਹਦਾ ਸਮੁੱਚਤਾ ਦੇ ਵਿੱਚ ਵਿਕਾਸ ਕਰ ਰਹੀ ਹੈ ਜਾਂ ਇੱਕ ਪਾਸੜ ਸੀ। ਕਿਉਂਕਿ ਇਹ ਜਿਹੜਾ ਵਿਕਾਸ ਸੀ ਹਰੀ ਕ੍ਰਾਂਤੀ ਦਾ ਇੱਕ ਪਾਸੜ ਸੀ, ਸਿਰਫ ਆਰਥਿਕ ਪੱਖ ਸੀ ਜਿਹੜਾ ਬਾਅਦ ਦੇ ਵਿੱਚ ਜਾ ਕੇ ਬੋਝਲ ਹੋ ਗਿਆ। ਕਿਉਂਕਿ ਉਪਜ ਜਿਹੜੀ ਹੈ ਉਹਨੂੰ ਤੁਸੀਂ ਆਪਟੀਮਮ ਪੱਧਰ ਦੇ ਉੱਤੇ ਲੈ ਕੇ ਜਾਓਗੇ, ਉਦੋਂ ਜ਼ਿਆਦਾ ਨਹੀਂ ਜਾ ਸਕਦੀ। ਇਸ ਕਰਕੇ ਉਸ ਪੱਧਰ 'ਤੇ ਲਿਜਾ ਕੇ ਜਦੋਂ ਉਹਨੂੰ ਅਸੀਂ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਉੱਤੇ ਖੇਤੀ ਦੇ ਖਰਚੇ ਵੱਧ ਜਾਣੇ ਨੇ, ਪਰ ਉਹਦੇ ਵਿੱਚੋਂ ਸਾਨੂੰ ਲਾਭ ਜਿਹੜਾ ਹੈ ਬਹੁਤ ਘੱਟ ਹੋਊਗਾ। ਅਤੇ ਇਹਦਾ ਭੁਗਤਾਨ ਸਾਨੂੰ ਇੱਕ ਹੋਰ ਰੂਪ ਦੇ ਵਿੱਚ ਵੀ ਭੁਗਤਣਾ ਪਿਆ। ਉਹ ਸੀ ਜਿਹੜਾ ਆਰਥਿਕਤਾ ਦਾ ਬਰਡਨ ਖੇਤੀ ਦੇ ਉੱਤੇ ਜਾਂ ਕਿਸਾਨੀ ਦੇ ਉੱਤੇ ਪੈਂਦਾ ਰਿਹਾ, ਅਤੇ ਕਿਸਾਨ ਜਿਹੜੇ ਨੇ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਗਏ। ਅਤੇ ਇਹ ਉਸ ਦਾ ਇੱਕ ਬਹੁਤ ਨੈਗੇਟਿਵ ਪ੍ਰਭਾਵ ਸੀ ਕਿ ਜਿਹਨੇ ਸਾਡੀ ਮਨੁੱਖੀ ਜ਼ਿੰਦਗੀ ਦੀ ਜਿਹੜੀ ਸਿਹਤ ਸੀ ਉਹਨੂੰ ਵੀ ਬਰਬਾਦ ਕੀਤਾ, ਅਤੇ ਉਹਨੇ ਮਨੁੱਖੀ ਜ਼ਿੰਦਗੀਆਂ ਨੂੰ ਜਿਹੜਾ ਸੁਸਾਈਡ ਵਾਲੇ ਪਾਸੇ ਨੂੰ ਤੋਰਤਾ। ਤਾਂ ਫਿਰ ਇਹਦਾ ਜਿਹੜਾ ਬਦਲ ਕੀ ਹੋਵੇ ਸਾਡੇ ਕੋਲ? ਬਦਲ ਮੇਰੀ ਸਮਝ ਦੇ ਵਿੱਚ ਆਰਗੈਨਿਕ ਖੇਤੀ ਸਾਡੇ ਕੋਲ ਬਦਲ ਹੈ। ਇਹ ਅਸਲ ਦੇ ਵਿੱਚ ਕਿਉਂਕਿ ਥੋੜ੍ਹਾ ਜਿਹਾ ਇਹ ਖਰਚੀਲੀ ਹੈ, ਕੁਛ ਸਮੇਂ ਲਈ ਸਾਨੂੰ ਆਪਣੀਆਂ ਜਿਹੜੀ ਖੇਤ ਨੇ ਉਹਨਾਂ ਨੂੰ ਖਾਲੀ ਵੀ ਛੱਡਣਾ ਪੈਣਾ। ਆਰਥਿਕਤਾ ਦਾ ਕਾਫੀ ਇਹਦੇ 'ਤੇ ਇੱਕ ਬੋਝ ਹੈ ਜਿਹੜਾ ਸਾਡੀ ਕਿਸਾਨੀ ਇਹਨੂੰ ਇਸ ਵੇਲੇ ਨਹੀਂ ਸਹਿ ਸਕਦੀ, ਕਿਉਂਕਿ ਪਹਿਲਾਂ ਹੀ ਬੜੀ ਆਰਥਿਕ ਤੌਰ 'ਤੇ ਮੰਦਹਾਲੀ ਦੀ ਹਾਲਤ ਦੇ ਵਿੱਚ ਗਈ ਹੋਈ ਹੈ। ਤਾਂ ਇਸੇ ਲਈ ਇਹ ਸਰਕਾਰ ਨੂੰ ਜਿਹੜੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਕੁਛ ਐਸੀਆਂ ਜਿਹੜੀਆਂ ਆਰਥਿਕ ਸਹੂਲਤਾਂ ਨੇ ਉਹ ਕਿਸਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਉਹ ਸਬਸਿਡੀ ਦੇ ਰੂਪ ਦੇ ਵਿੱਚ ਵੀ ਦੇਣੀਆਂ ਚਾਹੀਦੀਆਂ ਨੇ, ਅਤੇ ਉਹਨਾਂ ਨੂੰ ਕਰਜ਼ਾ ਜੋ ਹੈ ਉਹ ਬਿਨਾਂ ਕਿਸੇ ਵਿਆਜ ਤੋਂ ਦਿੱਤਾ ਜਾਵੇ, ਇਸ ਰੂਪ ਦੇ ਵਿੱਚ ਵੀ ਹੋ ਸਕਦਾ ਹੈ, ਤਾਂ ਕਿ ਅਸੀਂ ਇਸ ਪਾਸੇ ਵੱਲ ਨੂੰ ਜਿਹੜਾ ਕਿਸਾਨਾਂ ਨੂੰ ਪ੍ਰੇਰੀਏ। ਇਹਦੇ ਲਈ ਸੰਸਥਾਈ ਪੱਧਰ ਦੇ ਉੱਤੇ ਕੰਮ ਹੋਣ ਦੀ ਲੋੜ ਹੈ। ਕੁਝ ਸੰਸਥਾਵਾਂ ਨੇ ਜਿਹੜੀਆਂ NGOs ਜਿਹੜੀਆਂ ਨੇ ਆਪਣੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਆਈਆਂ ਨੇ, ਖਾਸ ਕਰਕੇ ਖੇਤੀ ਵਿਰਾਸਤ ਹੈ ਉਹਨਾਂ ਦੇ ਵਿੱਚ ਬੜੀ ਅਹਿਮ ਇੱਕ ਸੰਸਥਾ ਹੈਗੀ। ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਹਦੇ ਵੱਲ ਨੂੰ ਉੱਦਮ ਕਰਨ ਲਈ ਅੱਗੇ ਆਈਆਂ ਨੇ, ਪਰ ਨਾਲ ਨਾਲ ਕੁਝ ਲੋਕਾਂ ਨੇ ਆਪਣਾ ਇੰਡੀਵਿਜੂਅਲ ਜਿਹੜਾ ਯਤਨ ਆ ਉਹ ਵੀ ਇਹਨਾਂ ਨੇ ਕੀਤਾ। ਪਰ ਫਿਰ ਵੀ ਜਿਹੜਾ ਹੈ, ਅਗਰ ਸਰਕਾਰ ਜਿਹੜੀ ਹੈ ਉਹ ਇਸ ਨੂੰ ਇੱਕ ਪ੍ਰੋਜੈਕਟ ਬਣਾ ਕੇ ਜਾਂ ਇਸ ਨੂੰ ਖੇਤੀਬਾੜੀ ਨੂੰ ਇੱਕ ਇੰਡਸਟਰੀ ਡਿਕਲੇਅਰ ਕਰੇ, ਜਿਸ ਤਰ੍ਹਾਂ ਇੰਡਸਟਰੀ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਸ ਤਰ੍ਹਾਂ ਖੇਤੀ ਨੂੰ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਤਾਂ ਕਿ ਅਸੀਂ ਜਿਹੜਾ ਹੈ ਉਹ ਅੱਛੀ ਜਿਹੜੀ ਫਸਲ ਜਿਹੜੀ ਹੈ, ਖਾਸ ਕਰਕੇ ਆਰਗੈਨਿਕ ਸਿਹਤਮੰਦ ਜਿਹੜੀ ਫਸਲ ਹੈ ਉਹਦੇ ਵੱਲ ਨੂੰ ਤੁਰੀਏ। ਦੂਜੀ ਜਿਹੜੀ ਲੋੜ ਹੈ, ਜੇ ਅਸੀਂ ਸਹੀ ਅਰਥਾਂ ਦੇ ਵਿੱਚ ਕ੍ਰਾਂਤੀ ਦੀ ਗੱਲ ਕਰਨੀ ਹੈ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਅਸਲ 'ਚ ਕ੍ਰਾਂਤੀ ਦਾ ਮਤਲਬ ਇੱਕ ਤਰਫਾ ਵਿਕਾਸ ਨਹੀਂ ਹੈ। ਕ੍ਰਾਂਤੀ ਦਾ ਮਤਲਬ ਹੈ ਕਿ ਮਨੁੱਖ, ਸਮਾਜ, ਪ੍ਰਕਿਰਤੀ ਇਹਨਾਂ ਨੂੰ ਜੋੜਨ ਵਾਲਾ ਹੋਵੇ, ਇਹਦੇ 'ਚ ਸੰਤੁਲਨ ਪੈਦਾ ਕਰਨ ਵਾਲਾ ਹੋਵੇ, ਇਹਨੂੰ ਬਰਬਾਦ ਕਰਨ ਵਾਲਾ ਨਾ ਹੋਵੇ। ਕਿਉਂਕਿ ਜਿਵੇਂ ਮੈਂ ਦੱਸਿਆ ਵੀ ਇਸ ਨੇ ਬੜਾ ਨੁਕਸਾਨ ਕੀਤਾ ਸਾਡੀ ਜਿਹੜਾ ਹੈ ਸਿਹਤ ਦੇ ਉੱਤੇ, ਮਨੁੱਖੀ ਜ਼ਿੰਦਗੀ ਦੇ ਉੱਤੇ, ਪ੍ਰਕਿਰਤੀ ਦੇ ਉੱਤੇ। ਇਸ ਕਰਕੇ ਜਿਹੜੀ ਆਰਗੈਨਿਕ ਖੇਤੀ ਜਿਹੜੀ ਹੈ, ਇਸ ਨੂੰ ਜੇ ਅਸੀਂ ਅੱਗੇ ਤੋਰਨਾ ਤਾਂ ਇਹਦੇ ਲਈ ਬਹੁਤ ਸਾਰੇ ਸਾਨੂੰ ਯਤਨ ਕਰਨ ਦੀ ਲੋੜ ਪੈਣੀ ਹੈ। ਤਾਂ ਉਸ ਦੇ ਨਾਲ ਇਹਦਾ ਫਾਇਦਾ ਕੀ ਹੋਊਗਾ ਕਿ ਇੱਕ ਤਾਂ ਅਸੀਂ ਆਪਣੀਆਂ ਮੌਸਮ ਦੀਆਂ ਜਿਹੜੀਆਂ ਫਸਲਾਂ ਨੇ ਉਹ ਅਸੀਂ ਇੱਥੇ ਉਗਾਵਾਂਗੇ। ਟਰਡੀਸ਼ਨਲ ਜੋ ਫਸਲ ਚੱਕਰ ਆ ਉਹਦੇ 'ਚੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ। ਕਮਰਸ਼ੀਅਲ ਕ੍ਰੌਪਸ ਵੱਲ ਨੂੰ ਸਾਨੂੰ ਆਉਣ ਦੀ ਲੋੜ ਹੈ। ਕੁਛ ਹਰਬਲ ਜਿਹੜੀਆਂ ਕ੍ਰੌਪਸ ਨੇ ਉਹਨਾਂ ਵੱਲ ਨੂੰ ਸਾਨੂੰ ਆਉਣ ਦੀ ਲੋੜ ਹੈ। ਤਾਂ ਇਹਦੇ ਨਾਲ ਅਸੀਂ ਆਪਣੀ ਸਿਹਤ ਨੂੰ ਵੀ ਜਿਹੜਾ ਵਧੀਆ ਬਣਾ ਲਵਾਂਗੇ, ਕਿਉਂਕਿ ਇਹ ਸਾਰੀ ਦੀ ਸਾਰੀ ਜਿਹੜੀ ਹੈ ਇਹ ਕੈਮੀਕਲ ਜਿਹੜੀਆਂ ਖਾਦਾਂ ਜਾਂ ਕੈਮੀਕਲ ਜਿਹੜੇ ਹੋਰ ਇਸ ਤਰ੍ਹਾਂ ਦੀਆਂ ਪੈਸਟੀਸਾਈਡਸ ਨੇ ਉਹਨਾਂ ਤੋਂ ਇਹਦਾ ਬਚਾਅ ਹੋਊਗਾ। ਅਸੀਂ ਨੈਚੁਰਲ ਢੰਗ ਦੇ ਨਾਲ ਇਹਨਾਂ ਨੂੰ ਉਗਾਵਾਂਗੇ ਤਾਂ ਉਹਦਾ ਪਰਿਆਵਰਣ ਦੇ ਉੱਤੇ ਵੀ ਜਿਹੜਾ ਦੂਸ਼ਿਤ ਪ੍ਰਭਾਵ ਹੈ ਉਹ ਇਸ ਦੇ ਉੱਤੇ ਨਹੀਂ ਪਊਗਾ। ਇਹਦੇ ਲਈ ਇਹੀ ਨਹੀਂ ਹੈ ਇਹਦਾ ਇੱਕ ਪੱਖ ਜਿਹੜਾ ਹੈ ਕਿ ਵੀ ਅਸੀਂ ਇਹਦੇ ਨਾਲ ਉਤਪਾਦਨ ਦੀ ਗੱਲ ਕਰ ਰਹੇ ਹਾਂ ਜਾਂ ਖੇਤੀ ਦੀ ਗੱਲ ਕਰ ਰਹੇ ਹਾਂ। ਇਹਦੇ ਨਾਲ ਨਾਲ ਸਾਡੇ ਜੋ ਟਰਡੀਸ਼ਨਲ ਕਿੱਤੇ ਸੀ, ਖਾਸ ਕਰਕੇ ਦਸਤਕਾਰੀ ਦੇ ਕਿੱਤੇ ਸੀ, ਜਿਹਦੇ ਵਿੱਚ ਔਰਤਾਂ
ਕਾਫੀ ਸਾਰੀਆਂ ਇਨਵੋਲਵ ਸੀਆਂ। ਮੰਨ ਲਓ ਸਿਲਾਈ ਕਢਾਈ ਦੀਆਂ ਗੱਲਾਂ ਨੇ, ਦਰੀਆਂ ਵਗੈਰਾ ਬੁਣਦੇ ਸੀ, ਖੇਸ ਬੁਣਦੇ ਸੀ, ਫੁਲਕਾਰੀ ਬੁਣੀ ਜਾਂਦੀ ਸੀ। ਇਸ ਤਰ੍ਹਾਂ ਦੇ ਸਾਡੇ ਕੋਲ ਟਰੈਡੀਸ਼ਨਲ ਕਿੱਤੇ ਹੈਗੇ ਨੇ। ਡੈਰੀ ਫਾਰਮਿੰਗ ਦਾ ਜਿਹੜਾ ਹੈਗਾ, ਅਸੀਂ ਆਪਣੀਆਂ ਦੇਸੀ ਗਊਆਂ ਦੇ ਰਾਹੀਂ ਅਸੀਂ ਇਸ ਨੂੰ ਅੱਗੇ ਤੋਰ ਸਕਦੇ ਹਾਂ। ਮਤਲਬ ਇਹ ਇੱਕ ਐਸਾ ਯਤਨ ਹੈ ਜਿਹੜਾ ਸਾਰਿਆਂ ਨੂੰ, ਸਮੂਹ ਨੂੰ ਆਪਣੇ ਨਾਲ ਜਿਹੜਾ ਜੋੜੂਗਾ। ਪਰ ਲੋੜ ਇਸ ਗੱਲ ਦੀ ਹੈ ਕਿ ਇਹ ਜਿਹੜਾ ਗਲੋਬਲੀ ਯੁੱਗ ਚੱਲ ਰਿਹਾ ਹੈ, ਇਹਦੇ ਵਿੱਚ ਸਾਨੂੰ ਕਿਸਾਨੀ ਦੇ ਨਾਲ ਨਾਲ ਥੋੜ੍ਹਾ ਜਿਹਾ ਜਿਹੜਾ ਹੈ ਇਹ ਕੋਸ਼ਿਸ਼ ਕਰਨੀ ਪਊਗੀ, ਥੋੜ੍ਹੀ ਜਿਹੀ ਨਹੀਂ ਬਲਕਿ ਵੱਡੇ ਪੱਧਰ ਦੇ ਉੱਤੇ ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਪਊਗੀ ਕਿ ਇਹ ਜਿੰਨੇ ਵੀ ਪ੍ਰੋਡਕਟਸ ਨੇ ਸਾਰੇ ਦੇ ਸਾਰੇ ਉਹਨਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਲੈ ਕੇ ਜਾਣ ਦੀਆਂ ਜਿਹੜੀਆਂ ਸਾਧਨ ਨੇ, ਜਿਹੜਾ ਉਹਦੇ ਤੌਰ ਤਰੀਕੇ ਨੇ, ਉਹ ਸਾਨੂੰ ਜਿਹੜੇ ਨੇ ਉਹ ਵੀ ਮੁਹੱਈਆ ਕੀਤੇ ਜਾਣ ਅਤੇ ਉਹਨਾਂ ਦਾ ਜੋ ਬਣਦਾ ਜੋ ਉਹਦਾ ਖਰਚਾ ਹੈ, ਜੋ ਉਹਦਾ ਜੋ ਪ੍ਰੋਫਿਟ ਹੈ, ਉਹ ਵੀ ਲੋਕਾਂ ਨੂੰ ਦਿੱਤਾ ਜਾਵੇ। ਇਹਦੇ ਨਾਲ ਬੇਰੁਜ਼ਗਾਰੀ ਦੀ ਜਿਹੜੀ ਸਮੱਸਿਆ ਉਹ ਵੀ ਸਾਡੀ ਹੱਲ ਹੋਊਗੀ, ਆਰਥਿਕਤਾ ਵੀ ਮਜ਼ਬੂਤ ਹੋਊਗੀ। ਅਸੀਂ ਵਿਅਕਤੀ ਨੂੰ, ਸਮਾਜ ਨੂੰ, ਪਰਿਆਵਰਨ ਦੇ ਵਿੱਚ ਇੱਕ ਸੰਤੁਲਨ ਪੈਦਾ ਕਰਨ ਦੇ ਵਿੱਚ ਵੀ ਜਿਹੜਾ ਹੈ ਉਹ ਜਿਹੜਾ ਹੈ ਉਹਦੇ 'ਚ ਮਦਦਗਾਰ ਹੋਊਗੀ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਅਸੀਂ ਸਹੀ ਅਰਥਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਰੈਵੋਲਿਊਸ਼ਨ ਲਿਆਉਣਾ ਹੈ ਤਾਂ ਔਰਗੈਨਿਕ ਖੇਤੀ, ਇਹਦੇ ਨਾਲ ਪਲੱਸ ਜਿਹੜੇ ਨੇ ਸਾਡੇ ਟਰਡੀਸ਼ਨਲ ਜਿਹੜੀਆਂ ਸਾਡੇ ਆਰਟਸ ਨੇ, ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ, ਕਲਾਵਾਂ ਨੇ ਜਿਹੜੀਆਂ ਸਾਡੀਆਂ ਨੇ, ਉਹਨਾਂ ਨੂੰ ਅਸੀਂ ਵਪਾਰਕ ਪੱਧਰ ਦੇ ਉੱਤੇ ਉੱਪਰ ਲੈ ਕੇ ਜਾਣ ਦੀ ਲੋੜ ਹੈ। ਇਹਦੇ ਨਾਲ ਅਸੀਂ ਬਹੁਤ ਹੀ ਪੰਜਾਬ ਦਾ ਜਿਹੜਾ ਸੁਖਾਵਾਂ ਅਤੇ ਬਹੁਤ ਹੀ ਹੈਲਦੀ ਜਿਹੜਾ ਵਾਤਾਵਰਨ ਜਿਹੜਾ ਹੈ ਉਹ ਅਸੀਂ ਕ੍ਰੀਏਟ ਕਰ ਸਕਦੇ ਹਾਂ। ਅਤੇ ਪੰਜਾਬ ਦੇ ਵਿੱਚ ਇਹਦੇ ਲਈ ਥੋੜ੍ਹਾ ਜਿਹਾ ਯਤਨ ਕਰਨ ਦੀ ਲੋੜ ਹੈ, ਸਮਰੱਥਾ ਇੱਥੇ ਬਹੁਤ ਹੈਗੀ ਹੈ।